ਡੀਅਰ ਸਟੂਡੈਂਟ, ਲਾਸਟ ਜਿਹੜਾ ਲੈਕਚਰ ਸਾਡਾ ਚੱਲਦਿਆ ਪਿਆ ਸੀ ਕਿ ਜਦੋਂ ਵੀ ਕੋਈ ਬਾਡੀ ਫ੍ਰੀਲੀ ਫਾਲ ਅੰਡਰ ਗ੍ਰੈਵਿਟੀ ਤੇ ਅਸੀਂ ਪ੍ਰੂਵ ਕਰਨਾ ਸੀ ਕਿ ਉਹਦੀ ਹਰ ਇੱਕ ਪੁਆਇੰਟ ਦੇ ਉੱਤੇ ਟੋਟਲ ਮਕੈਨੀਕਲ એનર્ਜੀ ਜਿਹੜੀ ਹੈ ਉਹ ਹਮੇਸ਼ਾ ਸੇਮ ਰਹਿੰਦੀ ਹੈ। ਅਸੀਂ A ਪੁਆਇੰਟ ਤੇ ਟੋਟਲ ਪੋਟੈਂਸ਼ੀਅਲ ਤੇ ਕਿਨੈਟਿਕ ਨਿਕਾਲੀ ਤੇ ਸਾਡਾ ਆਨਸਰ ਆਇਆ ਸੀ mgh, ਇਕੁਏਸ਼ਨ ਨੰਬਰ 1। ਜਦੋਂ ਅਸੀਂ B ਪੁਆਇੰਟ ਦੇ ਉੱਤੇ ਅਸੀਂ ਟੋਟਲ ਮਕੈਨੀਕਲ એનર્ਜੀ ਨਿਕਾਲੀ ਉਦੋਂ ਵੀ ਸਾਡੇ ਕੋਲ mgh ਹੀ ਆਈ ਸੀ, ਜਿਹਨੂੰ ਅਸੀਂ ਇਕੁਏਸ਼ਨ ਨੰਬਰ 2 ਲਿਖਿਆ ਸੀ। ਤੇ ਹੁਣ ਅਸੀਂ ਕੈਲਕੂਲੇਟ ਕਰ ਰਹੇ ਸੀ ਕਿ ਟੋਟਲ ਮਕੈਨੀਕਲ એનર્ਜੀ ਐਟ ਪੁਆਇੰਟ C ਪੁਆਇੰਟ ਦੇ ਉੱਤੇ ਅਸੀਂ ਟੋਟਲ ਮਕੈਨੀਕਲ ਜਿਹੜੀ એનર્ਜੀ ਨਿਕਾਲਣੀ ਸੀ। ਸਾਡੇ ਕੋਲ ਪੋਟੈਂਸ਼ੀਅਲ એનર્ਜੀ ਆ ਗਈ ਸੀ 0, ਕਿਉਂਕਿ C ਪੁਆਇੰਟ ਦੇ ਉੱਤੇ ਹਾਈਟ ਕਿੰਨੀ ਹੈ 0 ਹੋ ਗਈ, ਪੋਟੈਂਸ਼ੀਅਲ એનર્ਜੀ ਤੇ ਖਤਮ ਹੋ ਗਈ ਤੇ ਕਿਨੈਟਿਕ ਕਿੰਨੀ mgh। ਨਾਓ ਮਕੈਨੀਕਲ એનર્ਜੀ ਐਟ ਪੁਆਇੰਟ C ਵਿਲ ਬੀ ਇਕੁਅਲ ਟੂ ਕਿਨੈਟਿਕ ਕਿੰਨੀ ਹੋ ਗਈ, ਸਾਡੇ ਕੋਲ ਆ ਗਈ mgh ਪਲੱਸ ਤੇ ਸਾਡੇ ਕੋਲ ਜਿਹੜੀ ਪੋਟੈਂਸ਼ੀਅਲ ਕਿੰਨੀ ਹੈ 0 ਐਂਡ ਵੀ ਗੈਟ ਦੀ ਟੋਟਲ ਜਿਹੜੀ ਹੈ ਸਾਡੇ ਕੋਲ એનર્ਜੀ ਆ ਗਈ mgh। this is the total mechanical energy at point C. this is equation number 3। ਹਾਂਜੀ ਬੇਟਾ ਕਲੀਅਰ। ਕੱਲ ਇੱਥੋਂ ਤੱਕ ਸਾਡਾ ਜਿਹੜਾ ਲੈਕਚਰ ਹੋਇਆ ਸੀਗਾ। now from equation number 1, 2 and 3, from equation 1, 2 and 3 we find that ਸਾਨੂੰ ਕੀ ਪਤਾ ਲੱਗਾ, the total mechanical energy, total mechanical energy ਤੇ ਪੂਰਾ ਲਿਖ ਲਓ, total mechanical energy is same at each points. Therefore we can say that total mechanical energy always conserved when a body falls freely under gravity। ਜਦੋਂ ਬਾਡੀ ਫ੍ਰੀਲੀ ਫਾਲ ਕਰਦੀ ਅੰਡਰ ਗ੍ਰੈਵਿਟੀ ਤੇ ਟੋਟਲ ਮਕੈਨੀਕਲ એનર્ਜੀ, ਕਿਨੈਟਿਕ ਤੇ ਪੋਟੈਂਸ਼ੀਅਲ ਹਰ ਜਗ੍ਹਾ ਦੇ ਉੱਤੇ ਜਿਹੜੀਆਂ ਨੇ ਉਹ ਸੇਮ ਰਹਿੰਦੀਆਂ ਨੇ। ਇਹ ਕੱਲ ਅਸੀਂ ਜਿਹੜਾ ਹੈ ਡਿਸਕਸ ਕੀਤਾ ਸੀ, ਉਹਦਾ ਕੁਝ ਪਾਰਟ ਰਹਿ ਗਿਆ ਸੀ ਜਿਹੜਾ ਹੁਣ ਅਸੀਂ ਇੱਥੇ ਇਹਨੂੰ ਆਪਾਂ ਜਾ ਕੇ ਫਿਨਿਸ਼ ਕਰ ਦਿੱਤਾ। ਤੁਸੀਂ ਇੱਕ ਚੀਜ਼ ਬੇਟਾ ਨੋਟ ਕੀਤਾ ਹੋਣਾ ਹੈ ਕਿ ਜਦੋਂ ਬਾਡੀ ਥੱਲੇ ਨੂੰ ਆਉਂਦੀ ਹੈ ਕਿਨੈਟਿਕ ਤੇ ਪੋਟੈਂਸ਼ੀਅਲ ਦੋਨਾਂ 'ਚ ਫਰਕ ਪੈਂਦਾ ਹੈ। ਜਦੋਂ ਥੱਲੇ ਨੂੰ ਆਏਗੀ ਹਾਈਟ ਘਟੇਗੀ, ਪੋਟੈਂਸ਼ੀਅਲ ਘਟਦੀ ਜਾਏਗੀ, ਪਰ ਨਾਲ ਦੇ ਨਾਲ ਜਿਹੜੀ ਹੈ ਕਿਨੈਟਿਕ ਓਨੀ ਹੀ ਵੱਧਦੀ ਜਾਏਗੀ। ਕਿਨੈਟਿਕ ਵੀ ਚੇਂਜ ਹੋਏਗੀ ਹਰ ਪੁਆਇੰਟ ਦੇ ਉੱਤੇ, ਪੋਟੈਂਸ਼ੀਅਲ ਵੀ ਚੇਂਜ ਹੋਏਗੀ ਹਰ ਪੁਆਇੰਟ ਦੇ ਉੱਤੇ, ਪਰ ਇਹਨਾਂ ਦਾ ਜਿਹੜਾ ਸਮ ਹੈ ਕਿਨੈਟਿਕ ਪਲੱਸ ਪੋਟੈਂਸ਼ੀਅਲ, ਜਿਹਨੂੰ ਮਕੈਨੀਕਲ એનર્ਜੀ ਬੋਲਦੇ ਆ, that will always conserved। ਉਹਨਾਂ ਦਾ ਜੋੜ, ਉਹਨਾਂ ਦਾ ਸਮ ਹਰ ਇੱਕ ਪੁਆਇੰਟ ਦੇ ਉੱਤੇ ਜਿਹੜਾ ਹੈ ਉਹ ਸੇਮ ਆਏਗਾ। ਇਹ ਚੀਜ਼ ਤੁਸੀਂ ਜਿਹੜੀ ਹੈ ਅਖੀਰ 'ਚ ਇਹ ਲਾਈਨ ਲਿਖ ਕੇ ਇਹ ਪੂਰੇ ਆਰਟੀਕਲ ਨੂੰ ਜਿਹੜਾ ਹੈ ਤੁਸੀਂ ਉਹ ਸਮ ਅਪ ਕਰ ਦੇਣਾ। ਨਾਓ ਇਸ ਤੋਂ ਬਾਅਦ ਜੇ ਅਸੀਂ ਗ੍ਰਾਫ ਪਲਾਟ ਕਰੀਏ એનર્ਜੀ ਤੇ ਹਾਈਟ ਦੇ ਵਿੱਚ, ਇੱਕ ਪਾਸੇ ਅਸੀਂ એનર્ਜੀ ਲਿਖ ਦਿੱਤੀ, ਇੱਕ ਪਾਸੇ ਜਿਹੜਾ ਹੈ ਹਾਈਟ above the surface of earth। Now here is 0, this is a ground,
ਇਹ ਸਾਡਾ ਗਰਾਊਂਡ ਲੈਵਲ ਹੈ, ਇੱਥੇ ਬਿਲਕੁਲ ਹਾਈਟ ਨਹੀਂ ਹੈ। ਜਿਉਂ-ਜਿਉਂ ਦੇਖਣਾ ਧਿਆਨ ਨਾਲ, ਜਿਉਂ-ਜਿਉਂ ਸਾਡੀ ਜਿਹੜੀ ਹੈ ਹਾਈਟ ਵਧੇਗੀ, ਜਿਉਂ-ਜਿਉਂ ਹਾਈਟ ਵਧੇਗੀ ਤੇ ਕਿਹੜੀ એનર્ਜੀ ਵਧਦੀ ਜਾਏਗੀ? ਸੋਚੋ, ਪੋਟੈਂਸ਼ੀਅਲ એનર્ਜੀ। ਜਿਉਂ-ਜਿਉਂ ਹਾਈਟ ਵਧੇਗੀ ਤਿਉਂ-ਤਿਉਂ ਸਾਡੀ ਜਿਹੜੀ ਹੈ ਆ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਵਧਦੀ ਜਾਏਗੀ। ਇਹ ਗ੍ਰਾਫ ਕਾਹਦਾ ਆਇਆ ਮੇਰੇ ਕੋਲ? ਪੋਟੈਂਸ਼ੀਅਲ એનર્ਜੀ। ਹਾਈਟ ਦੇ ਨਾਲ ਨਾਲ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ। ਨਾਓ ਜਦੋਂ ਹਾਈਟ ਦੇ ਨਾਲ ਪੋਟੈਂਸ਼ੀਅਲ ਵਧੇਗੀ ਤੇ ਕਿਨੈਟਿਕ ਜਿਹੜੀ ਹੈ ਉਹ ਘਟੇਗੀ, ਕਿਉਂਕਿ ਜਿਉਂ-ਜਿਉਂ ਹੀ ਉੱਤੇ ਜਾਵਾਂਗੇ, ਜਿਸ ਤਰ੍ਹਾਂ ਹੁਣ ਮੇਰੇ ਕੋਲ ਇੱਕ ਚੌਕ ਦਾ ਪੀਸ ਹੈ, ਇਹਨੂੰ ਮੈਂ ਜੇ ਬੇਟਾ ਦੇਖੋ ਧਿਆਨ ਹੈ ਇੱਥੇ ਸੁੱਟਦਾ, ਵੱਧ ਤੋਂ ਵੱਧ ਇੰਨਾ ਉੱਚਾ ਗਿਆ, ਇਸ ਤੋਂ ਉੱਪਰ ਕਿਉਂ ਨਹੀਂ ਗਿਆ? ਜਦੋਂ ਮੈਂ ਸੁੱਟਿਆ ਸੀ ਵੱਧ ਤੋਂ ਵੱਧ ਇੰਨਾ ਉੱਚਾ ਗਿਆ, ਇਸ ਤੋਂ ਉੱਤੇ ਕਿਉਂ ਨਹੀਂ ਗਿਆ? ਕਿਉਂਕਿ ਜਿਉਂ-ਜਿਉਂ ਬਾਡੀ ਉੱਪਰ ਜਾਏਗੀ ਗ੍ਰੈਵਿਟੀ ਉਹਨੂੰ ਨੀਚੇ ਨੂੰ ਖਿੱਚਦੀ ਹੈ, ਉਹਦੀ ਕਿਨੈਟਿਕ ਘਟਦੀ ਉਹ ਜ਼ੀਰੋ ਹੋ ਜਾਂਦੀ ਹੈ ਤੇ ਹਾਈਐਸਟ ਪੁਆਇੰਟ ਤੇ ਜਾ ਕੇ ਸਾਡੀ ਜਿਹੜੀ ਹੈ ਫਾਈਨਲ ਵੈਲੋਸਿਟੀ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਹੈ ਐਟ ਹਾਈਐਸਟ ਪੁਆਇੰਟ। ਜਦੋਂ ਅਸੀਂ ਹਾਈਟ ਦੀ ਗੱਲ ਕਰੀਏ ਪੋਟੈਂਸ਼ੀਅਲ ਵਧਦੀ ਗਈ, ਪਰ ਜਿਹੜੀ ਹੈ ਸਾਡੇ ਕੋਲ ਕਿਨੈਟਿਕ એનર્ਜੀ ਹੈ ਉਹ ਘਟਦੀ ਕਿੰਨੀ ਹੋ ਗਈ? ਜ਼ੀਰੋ। ਦਿਸ ਇਜ਼ ਦਾ ਗ੍ਰਾਫ ਫॉर ਕਿਨੈਟਿਕ એનર્ਜੀ। ਜਿਉਂ-ਜਿਉਂ ਹਾਈਟ ਵਧੀ ਕਿਨੈਟਿਕ એનર્ਜੀ ਘਟਦੀ ਜਿਹੜੀ ਹੈ ਉਹ ਤੁਹਾਡੇ ਕੋਲ ਕਿੰਨੀ ਹੋ ਗਈ? ਆ ਕੇ ਦੇਖੋ, ਜ਼ੀਰੋ। ਹਾਈਟ ਦੇ ਨਾਲ ਕਿਹੜੀ ਵਧਦੀ ਪਈ ਹੈ? ਪੋਟੈਂਸ਼ੀਅਲ ਵਧਦੀ ਪਈ ਹੈ ਤੇ ਕਿਨੈਟਿਕ ਜਿਹੜੀ ਹੈ ਉਹ ਘਟਦੀ ਪਈ ਹੈ। ਤੇ ਇਹ ਸਾਡੇ ਕੋਲ ਜਿਹੜੀ ਲਾਈਨ ਸ਼ੋ ਕੀਤੀ ਹੈ, ਦਿਸ ਇਜ਼ ਦਾ ਟੋਟਲ એનર્ਜੀ। ਟੋਟਲ એનર્ਜੀ ਜਿਹਨੂੰ ਬੋਲਦੇ ਆ ਮਕੈਨਿਕਲ એનર્ਜੀ, ਉਹ ਕਿੰਨੀ ਆਏਗੀ? ਕਿਨੈਟਿਕ ਪਲੱਸ ਪੋਟੈਂਸ਼ੀਅਲ। ਇਹ ਜਿਹੜੀ ਲਾਈਨ ਹੈ ਇਹ ਹਮੇਸ਼ਾ ਸਾਡੀ ਜਿਹੜੀ ਹੈ ਉਹ ਕਾਂਸਟੈਂਟ ਰਹੇਗੀ। ਇਹ ਜੋੜ ਜਿਹੜਾ ਹੈ ਹਮੇਸ਼ਾ ਹੀ ਸਾਡਾ ਜਿਹੜਾ ਹੈ ਕਾਂਸਟੈਂਟ ਰਹੇਗਾ। ਟੋਟਲ ਮਕੈਨਿਕਲ એનર્ਜੀ ਇਟ ਵਿਲ ਆਲਵੇਜ਼ ਰਿਮੇਨ ਦਾ ਸੇਮ। ਇੱਕ ਘਟੇਗੀ ਦੂਜੀ ਵਧੇਗੀ, ਜਿੰਨੀ ਪਹਿਲੀ ਘਟੇਗੀ ਓਨੀ ਹੀ ਸਾਡੀ ਜਿਹੜੀ ਹੈ ਸੈਕੰਡ એનર્ਜੀ ਜਿਹੜੀ ਹੈ ਉਹ ਵੱਧ ਜਾਏਗੀ, ਪਰ ਟੋਟਲ એનર્ਜੀ ਜਿਹੜੀ ਹੈ ਉਹ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਸਮ ਹੋਏਗਾ ਉਹ ਸੇਮ ਰਹੇਗਾ। ਦਿਸ ਇਜ਼ ਅ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ એનર્ਜੀ ਵਿਦ ਹਾਈਟ। ਇੱਥੇ ਟੋਟਲ એનર્ਜੀ ਲਿਖਿਆ, ਯੂ ਕੈਨ ਆਲਸੋ ਰਾਈਟ ਹੇਅਰ ਮਕੈਨਿਕਲ એનર્ਜੀ। ਤੁਸੀਂ ਚਾਹੋ ਤੇ ਇੱਥੇ ME ਵੀ ਲਿਖ ਸਕਦੇ ਹੋ ਕਿ ਜਿਹੜੀ ਮਕੈਨਿਕਲ એનર્ਜੀ ਹੈ ਉਹ ਹਮੇਸ਼ਾ ਕਾਂਸਟੈਂਟ ਰਹੇਗੀ। ਕਿਨੈਟਿਕ 'ਚ ਫਰਕ ਪਏਗਾ, ਪੋਟੈਂਸ਼ੀਅਲ 'ਚ ਫਰਕ ਪਏਗਾ। ਨਾਓ ਪਲੀਜ਼ ਟੈਲ ਐਟ ਦਾ ਹਾਈਐਸਟ ਪੁਆਇੰਟ, ਜਿੰਨਾ ਉੱਚਾ ਜਾਣਾ ਚੱਲ ਗਏ, ਉੱਥੇ ਕਿਨੈਟਿਕ ਕਿੰਨੀ? ਜ਼ੀਰੋ, ਕਿਉਂਕਿ ਇਹ ਸਪੀਡ ਹੀ ਨਹੀਂ ਹੈ। ਹਾਈਐਸਟ ਪੁਆਇੰਟ ਤੇ ਪੋਟੈਂਸ਼ੀਅਲ ਹੈਗੀ ਹੈ। ਹਾਈਐਸਟ ਪੁਆਇੰਟ ਤੇ ਪੋਟੈਂਸ਼ੀਅਲ ਹੈਗੀ ਹੈ, ਕਿਉਂ? ਕਿਉਂਕਿ ਅਸੀਂ ਹਾਈਟ ਤੇ ਆ, ਪੋਟੈਂਸ਼ੀਅਲ ਜੀ ਡਿਪੈਂਡ ਹੀ ਕਰਦੀ ਹੈ ਹਾਈਟ ਤੇ mgh। ਜਿਉਂ-ਜਿਉਂ ਨੀਚੇ ਆਵਾਂਗੇ ਕਿਹੜੀ ਚੀਜ਼ ਘਟੇਗੀ? ਹਾਈਟ ਘਟੇਗੀ। ਹਾਈਟ ਘਟਣ ਦਾ ਮਤਲਬ ਪੋਟੈਂਸ਼ੀਅਲ એનર્ਜੀ ਘਟਦੀ ਪਈ ਹੈ, ਪਰ ਉਹ ਪੋਟੈਂਸ਼ੀਅਲ એનર્ਜੀ ਕਾਹਦੇ ਵਿੱਚ ਬਦਲਦੀ ਪਈ ਹੈ? ਤੁਹਾਡੀ ਕਾਈਨੈਟਿਕ એનર્ਜੀ ਦੇ ਵਿੱਚ ਬਦਲ ਗਈ। ਤੇ ਜਦੋਂ ਅਸੀਂ ਗਰਾਊਂਡ ਤੇ ਪਹੁੰਚ ਗਏ, ਜਦੋਂ ਅਸੀਂ ਬਿਲਕੁਲ ਗਰਾਊਂਡ ਤੇ ਪਹੁੰਚ ਗਏ, ਪੋਟੈਂਸ਼ੀਅਲ ਕਿੰਨੀ ਹੋ ਗਈ? ਜ਼ੀਰੋ। ਤੇ ਉਹ ਸਾਰੀ ਪੋਟੈਂਸ਼ੀਅਲ ਤੁਹਾਡੀ ਕਾਹਦੇ ਵਿੱਚ ਕਨਵਰਟ ਹੋ ਜਾਂਦੀ ਹੈ? ਕਾਈਨੈਟਿਕ એનર્ਜੀ 'ਚ। ਤਦੇ ਮੈਂ ਆ ਗਰਾਊਂਡ ਹੈ, ਜਿਹੜਾ ਜ਼ੀਰੋ ਵਾਲਾ ਪੁਆਇੰਟ ਹੈ, ਇਹ ਸਾਡਾ ਹੈਗਾ ਜੇ ਗਰਾਊਂਡ ਲੈਵਲ। ਗਰਾਊਂਡ ਦੇ ਉੱਤੇ ਸਿਰਫ ਤੇ ਸਿਰਫ ਦੇਖੋ ਸਾਡੇ ਕੋਲ ਕਿਨੈਟਿਕ એનર્ਜੀ ਹੈ ਇੱਥੇ ਦੇਖੋ। ਤੇ ਜਦੋਂ ਗਰਾਊਂਡ ਤੋਂ ਹਾਈਟ ਤੇ ਗਏ ਕਿਨੈਟਿਕ ਘਟਦੀ ਗਈ, ਠੀਕ ਹੈ, ਤੇ ਪੋਟੈਂਸ਼ੀਅਲ ਜਿਹੜੀ ਹੈ ਨਾਲ ਨਾਲ ਉਹ ਵੱਧਦੀ ਜਾਂਦੀ ਹੈ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਇਹ ਆਰਟੀਕਲ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਹੁਣ ਨਵਾਂ ਆਰਟੀਕਲ ਹੈ, that is the potential energy of a spring। ਪਹਿਲਾਂ ਮੈਂ ਆਰਟੀਕਲ ਜਿਹੜਾ ਹੈ ਡਾਇਗਰਾਮ ਬਣਾ ਲੈਂਦੇ ਆ, ਉਸ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਸਮਝਦੇ ਹਾਂ। Now the next article is potential energy of a spring। ਸਾਡੇ ਕੋਲ ਇੱਕ ਸਪਰਿੰਗ ਹੈ। ਜਿਸ ਤਰ੍ਹਾਂ ਅਸੀਂ ਕੱਲ ਗੱਲ ਕੀਤੀ ਸੀ ਕਿ ਜੇ ਸਪਰਿੰਗ ਨੂੰ ਅਸੀਂ ਖਿੱਚਦੇ ਹਾਂ ਜਾਂ ਸਪਰਿੰਗ ਨੂੰ ਅਸੀਂ ਜਿਹੜਾ ਹੈ ਕੰਪਰੈਸ ਕਰ ਦਿੰਦੇ ਹਾਂ, ਤੇ ਉਹਦੀ ਜਿਹੜੀ ਹੈ ਕਨਫੀਗਰੇਸ਼ਨ ਵਿੱਚ ਜਿਹੜੀ ਚੇਂਜ ਆਨ ਕਰਕੇ ਸਪਰਿੰਗ ਦੇ ਅੰਦਰ ਜਿਹੜੀ ਹੈ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਸਟੋਰ ਹੋ ਜਾਂਦੀ ਹੈ। ਹੁਣ ਖਿੱਚਣ ਵਾਸਤੇ ਵੀ ਵਰਕ ਕਰਨਾ ਪਏਗਾ, ਜਾਂ ਉਹਨੂੰ ਅਸੀਂ ਕੰਪਰੈਸ ਕਰਦੇ ਹਾਂ ਤਾਂ ਵੀ ਸਾਨੂੰ ਜਿਹੜਾ ਹੈ ਵਰਕ ਕਰਨਾ ਪਏਗਾ।
ਦੋਨਾਂ ਹੀ ਕੇਸਾਂ ਦੇ ਵਿੱਚ ਕੀ ਹੋਏਗਾ, ਸਪਰਿੰਗ ਦੀ ਜਿਹੜੀ ਹੈ ਕੌਨਫੀਗਰੇਸ਼ਨ ਜਿਹੜੀ ਹੈ ਚੇਂਜ ਹੋਣ ਕਰਕੇ ਉਹਦੇ ਵਿੱਚ ਜਿਹੜੀ ਹੈ એનર્ਜੀ ਸਟੋਰ ਹੁੰਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਪੋਟੈਂਸ਼ੀਅਲ એનર્ਜੀ। ਅਸੀਂ ਐਗਜ਼ਾਮਪਲ ਵੀ ਪੜ੍ਹੀ ਸੀ, ਜਿਹੜੀ ਟੋਏ ਕਾਰ ਹੁੰਦੀ ਹੈ ਉਹਦੇ ਵਿੱਚ ਜਦੋਂ ਅਸੀਂ ਚਾਬੀ ਭਰਦੇ ਹਾਂ ਤੇ ਸਪਰਿੰਗ ਲੱਗਾ ਹੁੰਦਾ ਹੈ। ਜਦੋਂ ਉਹਨੂੰ ਕੰਪਰੈਸ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਸਟੋਰ ਹੋ ਜਾਂਦੀ ਹੈ। ਬਾਅਦ ਵਿੱਚ ਉਹ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਉਹ ਕਿਨੈਟਿਕ એનર્ਜੀ ਵਿੱਚ ਉਹ ਬਦਲਦੀ ਹੈ। ਆਓ ਇਸ ਨੂੰ ਹੁਣ ਅਸੀਂ ਜਿਹੜਾ ਹੈ ਡਿਟੇਲ ਦੇ ਵਿੱਚ ਸਮਝਣਾ ਹੈ। ਮੰਨ ਲਓ ਕਿ ਸਾਡੇ ਕੋਲ ਇੱਕ ਜਿਹੜਾ ਹੈ ਸਪਰਿੰਗ ਹੈ, ਬਿਲਕੁਲ ਇਲਾਸਟਿਕ ਸਪਰਿੰਗ, ਜਿਹਨੂੰ ਅਸੀਂ ਖਿੱਚੀਏ ਤੇ ਜੇ ਛੱਡਦੇ ਆ ਤੇ ਇਮੀਡੀਏਟਲੀ ਉਹ ਆਪਣੀ ओरिजिनल ਪੋਜੀਸ਼ਨ ਵਾਲੇ ਪਾਸੇ ਉਹ ਵਾਪਸ ਆਏਗਾ। ਇਲਾਸਟਿਕ ਮਤਲਬ ਮੰਨ ਲਓ ਵੀ ਸਾਡੇ ਕੋਲ ਇੱਕ ਸਪਰਿੰਗ ਹੈ ਜਿਹੜਾ ਇਲਾਸਟਿਕ ਸਪਰਿੰਗ ਹੈ, ਉਹਦਾ ਇੱਕ ਐਂਡ ਮੈਂ ਰਿਜਿਡ ਸਪੋਰਟ ਦੇ ਨਾਲ ਬੰਨ ਦਿੱਤਾ। ਮੰਨ ਲਓ ਵਾਲ ਦੇ ਨਾਲ ਇੱਕ ਐਂਡ ਮੈਂ ਜਿਹੜੀ ਹੁੱਕ ਲਗਾਈ, ਹੁੱਕ ਦੇ ਨਾਲ ਇੱਕ ਐਂਡ ਜਿਹੜਾ ਮੈਂ ਇੱਥੇ ਅਟੈਚ ਕਰ ਦਿੱਤਾ। ਉਸ ਤੋਂ ਬਾਅਦ ਜਿਹੜਾ ਮੇਰਾ ਸਪਰਿੰਗ ਹੈ ਇਹਦਾ ਜਿਹੜਾ ਦੂਸਰਾ ਐਂਡ ਹੈ ਉਹ ਮੈਂ ਇੱਕ ਮਾਸ ਦੇ ਨਾਲ ਜਿਹੜਾ ਹੈ, ਇੱਕ ਬਾਡੀ ਹੈ, ਇੱਕ ਬਲੌਕ ਹੈ ਜਿਹਦਾ ਮਾਸ ਤੁਸੀਂ ਭਾਵੇਂ ਸਮਾਲ ਐਮ ਲਿਖੋ ਜਾਂ ਕੈਪੀਟਲ ਐਮ, ਇੱਕ ਬਲੌਕ ਹੈ ਉਹਦਾ ਮਾਸ ਕਿੰਨਾ ਐਮ, ਉਹਦੇ ਨਾਲ ਅਟੈਚ ਕਰ ਦਿੱਤਾ। ਹੁਣ ਇਹ ਜਿਹੜਾ ਬਲੌਕ ਹੈ ਇਹ ਬਿਲਕੁਲ ਸਲਾਈਡ ਹੋਏਗਾ ਓਵਰ ਦਿਸ ਹੋਰੀਜ਼ੋਨਟਲ ਸਰਫੇਸ, ਥੱਲੇ ਸਰਫੇਸ ਹੈ ਤੇ ਇਹ ਬਲੌਕ ਜਿਹੜਾ ਹੈ ਇਹਦੇ ਉੱਪਰ ਸਲਾਈਡ ਕਰੇਗਾ ਤੇ ਇਸ ਸਰਫੇਸ ਵਿੱਚ ਬਿਲਕੁਲ ਵੀ ਜਿਹੜੀ ਹੈ ਫ੍ਰਿਕਸ਼ਨ ਨਹੀਂ ਹੈ, ਫ੍ਰਿਕਸ਼ਨ ਲੈਸ ਸਾਡਾ ਜਿਹੜਾ ਹੈ ਉਹ ਸਰਫੇਸ ਹੈ। ਆਈ ਥਿੰਕ ਤੁਹਾਨੂੰ ਕਲੀਅਰ। ਸਪਰਿੰਗ ਇੱਕ ਐਂਡ ਵਾਲ ਦੇ ਨਾਲ ਰਿਜਿਡ ਸਪੋਰਟ ਦੇ ਨਾਲ ਅਟੈਚ ਕਰਤਾ, ਦੂਸਰਾ ਐਂਡ ਜਿਹੜਾ ਸਪਰਿੰਗ ਦਾ ਅਸੀਂ ਇੱਕ ਬਲੌਕ ਦੇ ਨਾਲ ਅਟੈਚ ਕਰਤਾ ਤੇ ਬਲੌਕ ਜਿਹੜਾ ਹੈ ਬਿਲਕੁਲ ਸਰਫੇਸ ਉੱਪਰ ਜਿਹੜਾ ਹੈ ਸਾਡਾ ਪਿਆ ਰੈਸਟ ਵਾਲੀ ਪੋਜੀਸ਼ਨ 'ਚ ਪਿਆ ਹੈ। This is the position of equilibrium। ਹਾਲੇ ਮੈਂ ਕੁਝ ਨਹੀਂ ਕੀਤਾ, ਜਸਟ ਅਟੈਚ ਕਰਕੇ ਸਿਸਟਮ ਨੂੰ ਰੱਖ ਦਿੱਤਾ ਹੈ, ਬਿਲਕੁਲ ਵੀ ਮੈਂ ਹਾਲੇ ਸਪਰਿੰਗ ਨੂੰ ਨਹੀਂ ਖਿੱਚਿਆ। ਤੇ ਆ ਜਿਹੜਾ ਮੇਰਾ ਪੁਆਇੰਟ ਉਹ ਅਸੀਂ ਸ਼ੋ ਕੀਤਾ ਹੈ x = 0। This is the position of equilibrium। ਇਥੇ ਆਰਾਮ ਨਾਲ ਜਿਹੜਾ ਹੈ ਮੇਰਾ ਬਲੌਕ ਰੈਸਟ ਵਿੱਚ ਪਿਆ। This is the position of equilibrium। ਆਈ ਥਿੰਕ ਤੁਹਾਨੂੰ ਕਲੀਅਰ ਹੈ। ਤੇ x ਦਾ ਮਤਲਬ ਹੁੰਦਾ ਹੈ ਕਿ ਜਦੋਂ ਮੈਂ ਸਪਰਿੰਗ ਨੂੰ ਖਿੱਚਾਂਗਾ ਉਹਦੇ ਵਿੱਚ ਐਕਸਟੈਂਸ਼ਨ ਪੈਦਾ ਹੋਏਗੀ, ਪਰ ਇੱਥੇ x 0 ਲਿਖਣ ਦਾ ਮਤਲਬ ਹੈ ਕਿ ਹਾਲੇ ਮੈਂ ਸਪਰਿੰਗ ਨੂੰ ਖਿੱਚਿਆ ਨਹੀਂ, ਉਹਦੇ ਵਿੱਚ ਬਿਲਕੁਲ ਵੀ ਜਿਹੜੀ ਹੈ ਐਕਸਟੈਂਸ਼ਨ ਨਹੀਂ ਹੋਈ, ਉਹਦੀ ਲੈਂਥ ਵਿੱਚ ਬਿਲਕੁਲ ਵੀ ਹਾਲੇ ਕੋਈ ਵਾਧਾ ਜਿਹੜਾ ਹੈ ਨਹੀਂ ਕੀਤਾ ਗਿਆ। ਕਲੀਅਰ ਬੇਟਾ। ਇਸ ਤੋਂ ਬਾਅਦ ਜਿਹੜੀ ਮੈਂ ਸੈਕੰਡ ਡਾਇਗਰਾਮ ਬਣਾਈ ਹੈ, ਇਸ ਡਾਇਗਰਾਮ ਵਿੱਚ ਬੜੇ ਧਿਆਨ ਨਾਲ ਦੇਖਣਾ ਹੈ। ਇੱਥੇ ਸਪਰਿੰਗ ਬਿਲਕੁਲ ਲਾਗੇ ਇਹਦੀ ਵਾਈਂਡਿੰਗ ਸ਼ੋ ਕੀਤੀ ਹੈ ਤੇ ਇੱਥੇ ਦੇਖੋ ਵਾਈਂਡਿੰਗ ਜਿਹੜੀ ਹੈ ਮੈਂ ਥੋੜੀ ਖੁੱਲੀ ਕਰ ਦਿੱਤੀ। ਕਹਿਣ ਦਾ ਮਤਲਬ ਆਹ ਵਾਲੀ ਜਿਹੜੀ ਮੇਰੀ ਲਾਈਨ ਹੈ ਇਹ ਮੇਰੀ ਪੋਜੀਸ਼ਨ ਆਫ ਇਕੁਇਲਿਬਰੀਅਮ ਹੈ। ਇੱਥੋਂ ਪਕੜ ਕੇ ਮੈਂ ਬਲੌਕ ਨੂੰ ਪਕੜਿਆ, ਬਲੌਕ ਨੂੰ ਪਕੜ ਕੇ ਮੈਂ ਇਹਨੂੰ ਜਿਹੜਾ ਖਿੱਚ ਕੇ ਲੈ ਗਿਆ ਅਪ ਟੂ ਪੁਆਇੰਟ A। ਇਹਦੇ ਵਿੱਚ ਮੈਂ ਐਕਸਟੈਂਸ਼ਨ ਪੈਦਾ ਕਰਤੀ। ਕਿੰਨੀ ਲੈਂਥ ਵੱਧ ਗਈ ਸਪਰਿੰਗ ਦੀ? ਪਹਿਲਾ ਸਪਰਿੰਗ ਇੱਥੇ ਖਤਮ ਹੁੰਦਾ ਸੀ x = 0 ਪੋਜੀਸ਼ਨ, ਹੁਣ ਉਹਦੇ ਵਿੱਚ ਅਸੀਂ ਜਿਹੜੀ ਹੈ ਐਕਸਟੈਂਸ਼ਨ ਪੈਦਾ ਕਰ ਦਿੱਤੀ x। ਇਹ ਲੈਂਥ ਜਿਹੜੀ ਅਸੀਂ ਵਧਾਤੀ, ਇਹ ਕਿਵੇਂ ਵਧਾਈ? ਵਿਦ ਦਾ ਹੈਲਪ ਆਫ ਅ ਫੋਰਸ। ਅਸੀਂ ਫੋਰਸ ਨਾਲ ਇਹਦੀ ਲੈਂਥ ਜਿਹੜੀ ਹੈ ਉਹ ਵਧਾ ਦਿੱਤੀ ਹੈ। ਹਾਂਜੀ ਬੇਟਾ ਕਲੀਅਰ। ਅਸੀਂ ਕਿਹੜੇ ਪੁਆਇੰਟ ਤੱਕ ਪਹੁੰਚੇ ਆ? A ਪੁਆਇੰਟ ਤੱਕ ਅਸੀਂ ਹਲੇ ਪਹੁੰਚੇ ਆ। ਅਸੀਂ ਵੈਸੇ ਲੈ ਕੇ ਕਿੱਥੋਂ ਤੱਕ ਜਾਣਾ ਹੈ ਸਪਰਿੰਗ ਨੂੰ ਖਿੱਚ ਕੇ? ਅਸੀਂ ਫਾਈਨਲ ਪੋਜੀਸ਼ਨ ਹੈਗੀ ਆ ਸਾਡੇ ਕੋਲ B, ਇੱਥੋਂ ਤੱਕ ਅਸੀਂ ਲੈ ਕੇ ਜਾਣਾ ਹੈ ਤੇ ਟੋਟਲ ਇਹਦੇ ਅੰਦਰ ਕਿੰਨੀ ਐਕਸਟੈਂਸ਼ਨ ਪੈਦਾ ਕਰਨੀ ਹੈ? R। ਵੱਧ ਤੋਂ ਵੱਧ ਮੈਂ ਜਿਹੜੀ ਉਹਦੇ ਵਿੱਚ ਲੈਂਥ ਵਧਾਣੀ ਹੈ R ਤੱਕ, ਇਹਨੂੰ ਮੈਂ ਖਿੱਚਣਾ ਹੈ। O ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਮੈਂ ਇਹਨੂੰ ਖਿੱਚਣਾ ਚਾਹੁੰਦਾ ਹਾਂ। ਹੱਲੇ ਮੈਂ ਜਦੋਂ ਖਿੱਚਿਆ ਤੇ ਹੱਲੇ ਮੈਂ ਕਿਹੜੇ ਪੁਆਇੰਟ ਤੇ ਪਹੁੰਚਿਆ? A ਪੁਆਇੰਟ ਤੱਕ ਪਹੁੰਚਿਆ ਤੇ ਕਿੰਨੀ ਐਕਸਟੈਂਸ਼ਨ ਹੋਈ ਇਹਦੇ ਵਿੱਚ ਸਾਡੇ ਕੋਲ? X, ਜਿਹੜੀ ਅਸੀਂ ਇਹ ਡਾਇਗਰਾਮ ਦੇ ਵਿੱਚ ਅਸੀਂ ਸ਼ੋ ਕੀਤੀ ਹੈ। ਨਾਓ ਜੋ ਕੁਝ ਵੀ ਮੈਂ ਬੋਲਿਆ ਪਹਿਲਾਂ ਅਸੀਂ ਥੋੜਾ ਜਿਹਾ ਇੱਥੇ ਲਿਖ ਲੈਂਦੇ ਆ। ਆ ਦੇਖ ਲਓ, ਬਾਅਦ ਚ ਮੈਨੂੰ ਰੱਬ ਕਰ ਦੇਣਾ। ਕੰਸੀਡਰ ਐਨ ਇਲਾਸਟਿਕ ਸਪਰਿੰਗ ਆਫ ਨੈਗਲੀਜੀਬਲ ਮਾਸ। ਸਪਰਿੰਗ ਦਾ ਆਪਣਾ ਮਾਸ ਕੋਈ ਨਹੀਂ ਹੈ। ਸਪਰਿੰਗ ਦਾ ਆਪਣਾ ਮਾਸ ਨਹੀਂ ਹੈ, ਇਹ ਮਾਸ ਵੱਖਰਾ ਨਾਲ ਅਟੈਚ ਕੀਤਾ ਹੈ। ਵਿਦ ਇਟਸ ਵਨ ਐਂਡ, ਜਿਹੜਾ ਇੱਕ ਐਂਡ ਹੈ, ਇਟ ਇਜ਼ ਅਟੈਚਡ ਟੂ ਅ ਰਿਜਿਡ ਸਪੋਰਟ।
ਇੱਕ ਐਂਡ ਨੂੰ ਅਸੀਂ ਸਪੋਰਟ ਦੇ ਨਾਲ ਅਟੈਚ ਕਰਤਾ, ਇਟਸ ਅਦਰ ਐਂਡ ਇਜ਼ ਅਟੈਚਡ, ਕਾਹਦੇ ਨਾਲ ਅਟੈਚ ਕੀਤਾ, ਵਿਦ ਅ ਮਾਸ m, ਜਿਹੜਾ ਮਾਸ m ਦੇ ਨਾਲ ਦੂਸਰਾ ਐਂਡ ਅਟੈਚ ਕਰਤਾ, which can slide over a smooth surface, ਜਿਹੜਾ ਸਮੂਥ ਸਰਫੇਸ ਉੱਪਰ ਜਿਹੜਾ ਹੈ ਸਲਾਈਡ ਕਰੇਗਾ। ਸਮੂਥ ਲਿਖਣ ਦਾ ਮਤਲਬ ਹੈ ਕਿ ਅਸੀਂ ਫ੍ਰਿਕਸ਼ਨ ਨੂੰ ਕਾਊਂਟ ਨਹੀਂ ਕਰਨਾ, ਬਿਲਕੁਲ ਵੀ ਸਾਡੇ ਕੋਲ ਜਿਹੜੀ ਹੈ ਫ੍ਰਿਕਸ਼ਨ ਨਹੀਂ ਹੈ। ਨਾਓ ਹੇਅਰ x is equal to 0 is the equilibrium position, ਜਿਹੜੀ ਸਾਡੀ x is equal to 0 ਲਿਖਿਆ ਹੈ, ਇਹ ਸਾਡੀ equilibrium position ਹੈ, ਜਿੱਥੇ ਹਲੇ ਸਪ੍ਰਿੰਗ ਆਰਾਮ ਨਾਲ ਜਿਹੜਾ ਹੈ ਰੈਸਟ ਵਿੱਚ ਪਿਆ ਹੈ। ਨਾਓ ਨੈਕਸਟ ਪੁਆਇੰਟ ਜਿਹੜਾ ਆਪਾਂ ਹੁਣ ਮੇਨ ਆਰਟੀਕਲ ਆਪਾਂ ਜਿਹੜਾ ਸਟੱਡੀ ਕਰਨ ਲੱਗੇ ਆ, ਇਹ ਚੀਜ਼ ਬੇਟਾ ਤੁਸੀਂ ਨੋਟ ਕਰ ਲੈਣੀ ਆ। ਨਾਓ ਬੇਟਾ ਇੱਕ ਲਾਅ ਹੈ ਜਿਹਨੂੰ ਅਸੀਂ ਬੋਲਦੇ ਆ ਹੁਕਸ ਲਾਅ। ਪਹਿਲਾਂ ਤੇ ਆਪਾਂ ਇਹਨੂੰ ਡਿਸਕਸ ਕਰੀਏ, ਉਸ ਤੋਂ ਬਾਅਦ ਅਸੀਂ ਆਰਟੀਕਲ ਜਿਹੜਾ ਵਾਲਾ ਆਪਾਂ ਪਾਸੇ ਜਾਵਾਂਗੇ। ਯੂ ਨੋ, ਜਦੋਂ ਵੀ ਅਸੀਂ ਸਪ੍ਰਿੰਗ ਨੂੰ ਅਸੀਂ ਖਿੱਚਦੇ ਆ ਬੇਟਾ, ਤੁਹਾਡੇ ਕੋਲ ਕੋਈ ਵੀ ਸਪ੍ਰਿੰਗ ਹੋਵੇ ਘਰ ਵਿੱਚ, ਤੁਸੀਂ ਉਹ ਸਪ੍ਰਿੰਗ ਨੂੰ ਪਕੜ ਲਿਓ ਇੱਕ ਹੱਥ ਨਾਲ, ਪੈਨ ਦੇ ਵਿੱਚ ਵੀ ਤੁਹਾਡਾ ਜਿਹੜਾ ਹੁੰਦਾ ਸਪ੍ਰਿੰਗ ਬਾਹਰ ਨਿਕਾਲੋ। ਜਦੋਂ ਤੁਸੀਂ ਸਪ੍ਰਿੰਗ ਨੂੰ ਥੋੜਾ ਜਿਹਾ ਖਿੱਚੋਗੇ ਨਾ, ਤੁਸੀਂ ਦੇਖੋਗੇ ਸਪ੍ਰਿੰਗ ਨੂੰ ਜਦੋਂ ਖਿੱਚਿਆ ਉਹਦੇ ਵਿੱਚ ਐਕਸਟੈਂਸ਼ਨ ਪੈਦਾ ਕੀਤੀ, ਲੈਂਥ ਵਧੀ। ਪਰ ਜਿਉਂ ਹੀ ਮੈਂ ਸਪ੍ਰਿੰਗ ਨੂੰ ਛੱਡਾਂਗਾ ਨਾ ਇਧਰੋਂ, ਤੇ ਸਪ੍ਰਿੰਗ ਜਿਹੜਾ ਹੈ ਆਪਣੇ ਆਪ ਆਪਣੀ ओरिजिनल ਪੋਜੀਸ਼ਨ ਦੇ ਉੱਤੇ ਉਹ ਵਾਪਸ ਜਾਏਗਾ। ਮੈਂ ਉਹਨੂੰ ਖਿੱਚ ਕੇ ਮੈਂ ਛੱਡ ਦੇਵਾਂਗਾ, ਮੈਂ ਆਪਣੇ ਆਪ ਵਾਪਸ ਆਏਗਾ। ਮੈਂ ਉਹਨੂੰ ਵਾਪਸ ਨਹੀਂ ਭੇਜਿਆ, ਜਦੋਂ ਮੈਂ ਛੱਡਿਆ ਉਹ ਆਪਣੇ ਆਪ ਵਾਪਸ ਆਏਗਾ। ਇਹਦਾ ਮਤਲਬ ਕੀ ਹੋਇਆ, ਮੈਂ ਤੇ ਫੋਰਸ ਇਧਰ ਨੂੰ ਲਗਾਈ ਹੈ, ਟੁਆਰਡਸ ਰਾਈਟ ਸਾਈਡ, ਮੈਂ ਇਧਰ ਫੋਰਸ ਲਗਾਈ ਸੀ, ਜਦੋਂ ਮੈਂ ਛੱਡਿਆ ਤੇ ਉਹ ਵਾਪਸ ਆਇਆ। ਇਹਦਾ ਮਤਲਬ ਹੈ ਕਿ ਇੱਕ ਫੋਰਸ ਆਪਣੇ ਆਪ ਪੈਦਾ ਹੋਈ ਜਿਨੇ ਸਪ੍ਰਿੰਗ ਨੂੰ ਆਪਣੀ ओरिजिनल ਪੋਜੀਸ਼ਨ ਤੇ ਵਾਪਸ ਲੈ ਕੇ ਆਂਦਾ ਹੈ। ਐਂਡ that force which bring back the spring to its original position, ਉਸ ਫੋਰਸ ਦਾ ਜਿਹੜਾ ਨਾਮ ਹੈ ਉਸ ਨੂੰ ਅਸੀਂ ਬੋਲਦੇ ਹਾਂ ਰੀਸਟੋਰਿੰਗ ਫੋਰਸ। ਕੀ ਨਾਮ ਹੈ ਦਾ ਫੋਰਸ ਦਾ? ਰੀਸਟੋਰ। ਦੁਬਾਰਾ ਉਹਦੀ ਜਿਹੜੀ ਹੈ ਪੋਜੀਸ਼ਨ ਜਿਹੜੀ ਹੈ ਉਹ ਸਟੋਰ ਕਰ ਦਿੱਤੀ। ਬੇਟਾ ਕਲੀਅਰ ਹੋ ਗਿਆ? ਮੈਂ ਫੋਰਸ ਲਗਾਉਂਗਾ ਟੁਆਰਡਸ ਰਾਈਟ ਖਿੱਚਣ ਵਾਸਤੇ, ਤੇ ਜੇ ਮੈਂ ਛੱਡੂੰਗਾ ਤੇ ਉਹ ਵਾਪਸ ਆਉਂਦਾ ਹੈ। ਇਹਦਾ ਮੇਰੀ ਅਪਲਾਈਡ ਫੋਰਸ ਇਧਰ ਨੂੰ ਆ, ਬਟ ਰੀਸਟੋਰਿੰਗ ਫੋਰਸ ਜਿਹੜੀ ਆਪਣੇ ਆਪ ਪੈਦਾ ਹੋਈ ਮੇਰੀ ਅਪਲਾਈਡ ਦੇ ਆਪੋਜੀਟ ਹੋਏਗੀ। ਨਾਓ ਦਿਸ ਇਜ਼ ਅ ਰੀਸਟੋਰਿੰਗ ਫੋਰਸ, ਜਿਹਦੇ ਕਰਕੇ ਸਪ੍ਰਿੰਗ ਵਾਪਸ ਆਪਣੀ ओरिजिनल ਪੋਜੀਸ਼ਨ ਜਿਹੜਾ ਹੈ ਦੁਬਾਰਾ ਗੇਨ ਕਰਦਾ ਹੈ। ਹੁਣ ਪ੍ਰੋਬਲਮ ਆਇਆ ਕਿ ਰੀਸਟੋਰਿੰਗ ਫੋਰਸ ਜਿਹੜੀ ਹੈ ਡਿਪੈਂਡ ਕਾਤੇ ਕਰਦੀ ਹੈ, ਕਿਹੜੇ ਫੈਕਟਰ ਦੇ ਉੱਤੇ ਰੀਸਟੋਰਿੰਗ ਫੋਰਸ ਡਿਪੈਂਡ ਕਰਦੀ ਹੈ? ਇਹ ਸਾਨੂੰ ਜਿਹੜਾ ਹੈ ਸਾਇੰਟਿਸਟ ਹੁਕ ਜਿਹੜਾ ਸੀ ਉਹਨੇ ਦੱਸਿਆ। ਉਹਦੇ ਅਕੋਰਡਿੰਗ ਕੀ ਹੈ ਕਿ ਜਿੰਨੀ ਐਕਸਟੈਂਸ਼ਨ ਜ਼ਿਆਦਾ ਕਰੋਗੇ, ਜਿੰਨੀ ਲੈਂਥ ਉਹਦੀ ਜ਼ਿਆਦਾ ਵਧਾਓਗੇ, ਓਨੀ ਜ਼ਿਆਦਾ ਰੀਸਟੋਰਿੰਗ ਫੋਰਸ ਜਿਹੜੀ ਹੈ ਜ਼ਿਆਦਾ ਪੈਦਾ ਹੋਏਗੀ। ਤੁਸੀਂ ਦੇਖਿਆ ਜੇ ਸਪ੍ਰਿੰਗ ਨੂੰ ਥੋੜਾ ਖਿੱਚੋਗੇ ਉਹ ਥੋੜੀ ਜਿਹੜੀ ਫੋਰਸ ਨਾਲ ਵਾਪਸ ਆਏਗਾ, ਜ਼ਿਆਦਾ ਖਿੱਚੋਗੇ ਤੇ ਜ਼ਿਆਦਾ ਛੇਤੀ ਵਾਪਸ ਆਏਗਾ। ਪਰ ਉਹਦੀ ਇੱਕ ਲਿਮਿਟ ਹੁੰਦੀ ਆ, ਆਪਾਂ ਨੈਕਸਟ ਚੈਪਟਰ 'ਚ ਡਿਸਕਸ ਕਰਾਂਗੇ। ਉਹਨੂੰ ਇਲਾਸਟਿਕ ਲਿਮਿਟ ਤੋਂ ਵੱਧ ਫੋਰਸ ਲਾ ਕੇ ਇਹਨੂੰ ਖਰਾਬ ਨਹੀਂ ਕਰ ਦੇਣਾ। ਨਾਓ ਜਿਹੜੀ ਸਾਡੀ ਰੀਸਟੋਰਿੰਗ ਫੋਰਸ ਹੈ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਕਸਟੈਂਸ਼ਨ। ਜਿੰਨਾ ਖਿੱਚੋਗੇ ਉਹਦੇ ਅਕੋਰਡਿੰਗ ਹੀ ਸਾਡੀ ਜਿਹੜੀ ਹੈ ਰੀਸਟੋਰਿੰਗ ਫੋਰਸ ਪੈਦਾ ਹੁੰਦੀ ਹੈ। ਰੀਸਟੋਰਿੰਗ ਫੋਰਸ ਡਿਪੈਂਡ ਕਰਦੀ ਹੈ ਕਿ ਤੁਸੀਂ ਐਕਸਟੈਂਸ਼ਨ ਕਿੰਨੀ ਪੈਦਾ ਕੀਤੀ। ਗ੍ਰੇਟਰ ਦਾ ਐਕਸਟੈਂਸ਼ਨ ਗ੍ਰੇਟਰ ਵਿਲ ਬੀ ਦਾ ਰੀਸਟੋਰਿੰਗ ਫੋਰਸ। ਜ਼ਿਆਦਾ ਖਿੱਚ ਕੇ ਛੱਡੋਗੇ, ਤੁਹਾਡੇ ਕੋਲ ਰਬੜ ਹੋਵੇ, ਕੱਲ ਵੀ ਮੈਂ ਸਮਝਾ ਰਿਹਾ ਸੀ, ਰਬੜ ਨੂੰ ਅਸੀਂ ਖਿੱਚ ਕੇ ਜਦੋਂ ਛੱਡਦੇ ਆ ਇੱਕਦਮ ਬੜੀ ਫਾਸਟ ਵਾਪਸ ਆਏਗੀ, ਤੇ ਜੇ ਘੱਟ ਖਿੱਚ ਕੇ ਛੱਡੋਗੇ ਤੇ ਸਲੋ ਆਏਗੀ, ਜ਼ਿਆਦਾ ਖਿੱਚ ਕੇ ਛੱਡੋਗੇ ਤੇ ਜ਼ਿਆਦਾ ਵਾਪਸ ਆਉਂਦੀ ਫਾਸਟ। ਇਹਦਾ ਮਤਲਬ ਰੀਸਟੋਰਿੰਗ ਫੋਰਸ ਡਿਪੈਂਡ ਕਰਦੀ ਹੈ ਐਕਸਟੈਂਸ਼ਨ ਤੇ। ਨਾਓ ਤੇ ਜਦੋਂ ਅਸੀਂ ਇੱਥੇ ਪ੍ਰੋਪੋਰਸ਼ਨਲ ਦਾ ਨਿਸ਼ਾਨ ਹਟਾਉਂਦੇ ਆ ਤੇ ਸਾਡੇ ਕੋਲ ਨਿਸ਼ਾਨ ਕਿਹੜਾ ਆਏਗਾ? ਇਕੁਅਲ। ਤੇ ਸਾਡੇ ਕੋਲ ਲਾਵਾਂਗੇ ਅਸੀਂ -kx। ਇੱਥੇ ਅਸੀਂ ਜਿਹੜਾ ਹੈ k ਲਗਾਇਆ ਨਾਲ ਇੱਕ ਕਨਸਟੈਂਟ, k ਨੂੰ ਅਸੀਂ ਬੋਲਦੇ ਆ ਸਪ੍ਰਿੰਗ ਕਨਸਟੈਂਟ। k is called spring constant। ਫਿਰ ਬੇਟਾ ਸੁਣ ਲਓ, what is k? It is a constant known as spring constant
ਭਾਵੇਂ ਇਹਨੂੰ ਫੋਰਸ ਕਾਂਸਟੈਂਟ ਬੋਲੋ, ਭਾਵੇਂ ਇਹਨੂੰ ਸਟਿਫਨੈਸ ਕਾਂਸਟੈਂਟ ਬੋਲੋ। ਤਿੰਨ ਨਾਮ ਨੇ, ਫੋਰਸ ਕਾਂਸਟੈਂਟ, ਸਟਿਫਨੈਸ ਕਾਂਸਟੈਂਟ, ਜਾਂ ਅਸੀਂ ਬੋਲਦੇ ਇਹਨੂੰ ਸਪਰਿੰਗ ਕਾਂਸਟੈਂਟ। ਨਾਓ ਦਿਸ ਇਜ਼ ਦਾ ਹੁਕਸ ਲਾਅ ਕਿ ਜਿਹੜੀ ਰੀਸਟੋਰਿੰਗ ਫੋਰਸ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਕਸਟੈਂਸ਼ਨ ਪ੍ਰੋਡਿਊਸਡ। ਤੇ ਮਾਈਨਸ ਕਿਉਂ ਲਗਾਇਆ? ਮਾਈਨਸ ਇਸ ਕਰਕੇ ਕਿਉਂਕਿ ਸਪਰਿੰਗ ਨੂੰ ਮੈਂ ਇੱਧਰ ਖਿੱਚਿਆ, ਐਕਸਟੈਂਸ਼ਨ ਮੇਰੀ ਰਾਈਟ ਸਾਈਡ ਤੇ, ਪਰ ਰੀਸਟੋਰਿੰਗ ਫੋਰਸ ਜਿਹੜੀ ਹੈ ਮੇਰੀ ਐਕਸਟੈਂਸ਼ਨ ਦੇ ਆਪੋजिट। ਦਿਸ ਇਜ਼ ਦਾ ਡਾਇਰੈਕਸ਼ਨ ਆਫ ਰੀਸਟੋਰਿੰਗ ਫੋਰਸ। ਇਹ ਸਾਡੀ ਬੇਟਾ ਰੀਸਟੋਰਿੰਗ ਫੋਰਸ ਦੀ ਡਾਇਰੈਕਸ਼ਨ ਹੈ ਤੇ ਇਧਰ ਨੂੰ ਸਾਡੀ ਐਕਸਟੈਂਸ਼ਨ ਤੇ ਰੀਸਟੋਰਿੰਗ ਜਿਹੜੀ ਹੈ ਉਹਦੇ ਆਪੋजिट ਹੈ। ਇਸ ਕਰਕੇ ਅਸੀਂ ਇਹਦੇ ਵਿੱਚ ਜਿਹੜਾ ਨਿਸ਼ਾਨ ਲਗਾਇਆ ਹੈ that is the minus sign। I think ਤੁਹਾਨੂੰ ਕਲੀਅਰ ਹੋ ਗਿਆ। ਹੁਕਸ ਲਾਅ ਦਾ ਮਤਲਬ ਹੈ ਜੇ ਸਪਰਿੰਗ ਨੂੰ ਜਾਂ ਕਿਸੇ ਚੀਜ਼ ਨੂੰ ਖਿੱਚੋਗੇ ਤੇ ਉਹਦੇ ਵਿੱਚ ਰੀਸਟੋਰਿੰਗ ਫੋਰਸ ਜਿਹੜੀ ਹੈ ਉਹ ਪੈਦਾ ਹੋਏਗੀ, ਉਹਨੂੰ ਉਹ ਆਪਣੀ ओरिजिनल ਪੋਜੀਸ਼ਨ ਤੇ ਵਾਪਸ ਲੈ ਕੇ ਜਾਏਗੀ। I think ਤੁਹਾਨੂੰ ਇਸ ਦਾ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਹੈ ਇਹਦਾ ਆਰਟੀਕਲ ਨੂੰ ਅਸੀਂ ਅੱਗੇ ਵਧਾਉਂਦੇ ਹਾਂ। Let X is the extension produced in the spring at any time t, then according to Hooke's law, हाँ जी, Hooke's law ਦੇ according ਕੀ ਹੋਏਗਾ? F proportional to X, restoring force ਕਿਹਦੇ directly? extension ਦੇ, और F is equal to minus kx। this is equation number 1 where k is equal to, ਇਹਨੂੰ ਅਸੀਂ ਬੋਲ ਦਿੰਦੇ ਆ spring constant। this is known as ਸਪਰਿੰਗ ਕਾਂਸਟੈਂਟ। ਇਹਨੂੰ ਅਸੀਂ ਫੋਰਸ ਕਾਂਸਟੈਂਟ ਵੀ ਬੋਲ ਸਕਦੇ ਹਾਂ। ਇਸ ਤੋਂ ਇਲਾਵਾ ਇਸ ਨੂੰ ਅਸੀਂ ਜਿਹੜਾ ਹੈ ਸਟਿਫਨੈਸ ਕਾਂਸਟੈਂਟ ਵੀ ਕਹਿੰਦੇ ਹਾਂ। ਨਾਓ ਜੇਕਰ ਅਸੀਂ A ਤੱਕ ਖਿੱਚਿਆ, ਸਾਨੂੰ ਪਤਾ ਲੱਗ ਗਿਆ ਵੀ ਇੰਨੀ ਰੀਸਟੋਰਿੰਗ ਫੋਰਸ ਜਿਹੜੀ ਹੈ ਉਹ ਪੈਦਾ ਹੋ ਗਈ। ਅਸੀਂ ਉਹਨੂੰ ਖਿੱਚ ਕੇ ਲੈ ਕੇ ਜਾਣਾ ਹੈ ਟੋਟਲ ਕਿਹੜੇ ਪੁਆਇੰਟ ਤੱਕ? B ਪੁਆਇੰਟ ਤੱਕ ਅਸੀਂ ਇਹਨੂੰ ਖਿੱਚ ਕੇ ਲੈ ਕੇ ਜਾਣਾ ਹੈ। ਨਾਓ ਜਦੋਂ ਸਪਰਿੰਗ ਨੂੰ ਅਸੀਂ ਖਿੱਚਦੇ ਪਏ ਆ, ਇਹਦਾ ਮਤਲਬ ਅਸੀਂ ਵਰਕ ਕਰ ਰਹੇ ਹਾਂ, ਤੇ ਜੇ ਵਰਕ ਕਰ ਰਹੇ ਆ ਤੇ ਵਰਕ ਸਾਨੂੰ ਨਿਕਾਲਣਾ ਪਏਗਾ। ਨਾਓ ਵਰਕ ਡਨ ਬਾਈ ਕਾਂਸਟੈਂਟ ਫੋਰਸ ਹੋਏਗਾ ਕਿ ਵਰਕ ਡਨ ਬਾਈ ਵੇਰੀਏਬਲ ਫੋਰਸ? ਪਹਿਲਾਂ ਤੇ ਆਪਾਂ ਇਹਦੇ ਬਾਰੇ ਡਿਸਕਸ ਕਰੀਏ। ਜੇ ਤੇ ਕਾਂਸਟੈਂਟ ਫੋਰਸ ਹੋਏਗੀ ਤਾਂ ਅਸੀਂ ਟੋਟਲ ਵਰਕ ਸਿੱਧਾ ਨਿਕਾਲਾਂਗੇ, ਤੇ ਜੇ ਵਰਕ ਡਨ ਬਾਈ ਵੇਰੀਏਬਲ ਫੋਰਸ ਹੋਏਗੀ ਫਿਰ ਸਾਨੂੰ ਇੰਟੈਗ੍ਰੇਸ਼ਨ ਮੈਥਡ ਦੇ ਨਾਲ ਸੋਲਵ ਕਰਨਾ ਪਏਗਾ। ਇਹ ਆਲਰੇਡੀ ਆਪਾਂ ਡਿਸਕਸ ਕੀਤਾ ਹੈ। ਨਾਓ ਜਿਹੜੀ ਆਹ ਵਾਲੀ ਫੋਰਸ ਹੈ, ਅੱਗੇ ਵੀ ਆਪਾਂ ਡਿਸਕਸ ਕੀਤਾ ਸੀ ਕਿ ਆਹ ਵਾਲੀ ਫੋਰਸ ਮੇਰੀ x ਤੇ ਡਿਪੈਂਡ ਕਰਦੀ ਹੈ। ਜਿਉਂ-ਜਿਉਂ x ਵੱਧਦਾ ਜਾਏਗਾ ਮੇਰੀ ਫੋਰਸ ਜਿਹੜੀ ਹੈ ਉਹ ਚੇਂਜ ਹੁੰਦੀ ਜਾਏਗੀ। ਜਿਉਂ-ਜਿਉਂ ਅਸੀਂ ਇਧਰੋਂ ਵਧਾਉਂਦੇ ਜਾਵਾਂਗੇ ਫੋਰਸ ਮੇਰੀ ਜਿਹੜੀ ਹੈ ਉਹ ਵਧਦੀ ਜਾਏਗੀ ਰੀਸਟੋਰਿੰਗ। ਇਹਦਾ ਮਤਲਬ ਇਹ ਜਿਹੜੀ ਫੋਰਸ ਹੈ ਇਹ ਤੇ ਵੇਰੀਏਬਲ ਫੋਰਸ ਹੈ, ਤੇ ਜੇ ਸਾਡੀ ਫੋਰਸ ਜਿਹੜੀ ਹੈ ਵੇਰੀਏਬਲ ਹੈ ਤੇ ਇਹਦਾ ਮਤਲਬ ਸਾਨੂੰ ਕਿਹੜਾ ਆਰਟੀਕਲ ਲਗਾਉਣਾ ਪਏਗਾ? ਵਰਕ ਡਨ ਬਾय ਵੇਰੀਏਬਲ ਫੋਰਸ। ਨਾਓ small work done in doing extension dx is given by, हाँ जी, small work, क्योंकि ਅਸੀਂ इंटैग्रेशन मैथड लगाना है, पहला small work ਕੱਢੀਦਾ है। नाउ की फॉर्म ਹੁੰਦਾ वर्क डन ਦਾ? force dotted with ਜਿਹੜੀ ਸਾਡੀ डिस्प्लेसमेंट है। पहला ਅਸੀਂ ਥੋੜੀ ਜੀ डिस्प्लेसमेंट ਦਾ ਅਸੀਂ वर्क ਨਿਕਾਲਾਂਗੇ, force dotted with displacement। नाउ प्लीज टेल, डॉट ਨੂੰ ਜਦੋਂ ਅਸੀਂ ਹੱਲ ਕਰਦੇ ਹਾਂ, small work done is equal to f, ਨਾਲ ਆ ਜਾਏਗਾ dx, ਵੈਕਟਰ ਨਹੀਂ ਆਣਗੇ ਹੁਣ, ਨਾਲ ਆ ਜਾਏਗਾ cos थीटा। here
थीटा इज इक्वल टू 180 डिग्री। थीटा 180 डिग्री क्यों? क्योंकि रीस्टोरिंग फोर्स इधर ਨੂੰ ਆ ਤੇ ਐਕਸਟੈਂਸ਼ਨ ਆਪੋजिट ਹੈ। ਇਹਨਾਂ ਦੋਨਾਂ ਦੇ ਵਿੱਚ ਆਪੋਜੀਸ਼ਨ ਹੋਣ ਕਰਕੇ ਰੀਸਟੋਰਿੰਗ ਫੋਰਸ ਮੇਰੀ ਇਧਰ ਨੂੰ ਆ ਦੇਖੋ ਤੇ ਐਕਸਟੈਂਸ਼ਨ ਉਧਰ ਨੂੰ ਆ ਤੇ ਐਂਗਲ ਕਿੰਨਾ ਆਏਗਾ 180 ਡਿਗਰੀ। ਐਂਡ ਤੇ f ਦੀ ਵੈਲਿਊ ਸਾਡੇ ਕੋਲ ਕਿੰਨੀ ਹੈਗੀ ਆ -kx। ਇਹ f ਦੀ ਵੈਲਿਊ ਹੈ, ਇੱਥੇ ਪੁੱਟ ਕਰ ਦੋ। therefore dw equal to -kx into dx into cos 180 degree. It is -kx into dx cos 180 degree कितना होता है? साढ़े कोल होता है -1. Now this is minus minus plus. It will become kx dx. This is a small work done. From for displacement किसी displacement वास्ते dx. Now total work done from 0 to r। ਅਸੀਂ total कितना खिंच के लेके जाना है ਉਹਨੂੰ r displacement करनी है। Now total work done from 0 to r is given by total work done ਅਸੀਂ ਕਿਵੇਂ ਨਿਕਾਲਾਂਗੇ? ਇਹ ਜਿਹੜੀ ਇਕੁਏਸ਼ਨ ਹੈ ਇਸ ਇਕੁਏਸ਼ਨ ਦਾ ਨੰਬਰ ਅਸੀਂ 1 ਪਾਤਾ, ਇਹਨੂੰ ਅਸੀਂ ਜਿਹੜੀ ਹੈ ਇੰਟੈਗਰੇਟ ਕਰ ਦਾਂਗੇ। is given by ਇਹ ਜਿਹੜੀ ਇਕੁਏਸ਼ਨ 1 ਹੈ ਇਹਦੀ ਇੰਟੈਗਰੇਸ਼ਨ। now dw ਦੀ ਇੰਟੈਗਰੇਸ਼ਨ ਕਿੱਥੋਂ ਤੱਕ? 0 ਤੋਂ ਲੈ ਕੇ ਅਸੀਂ r ਤੱਕ ਨੂੰ ਖਿੱਚ ਕੇ ਲੈ ਜਾਵਾਂਗੇ। ਅਸੀਂ ਇਹਦੇ ਵਿੱਚ ਇਹਦੀ ਵੈਲਿਊ ਭਰ ਦਾਂਗੇ 0 to r। what is its value? ਸਾਡੇ ਕੋਲ ਆ ਜਾਏਗਾ kx dx। now ਇਹਦੇ ਵਿੱਚੋਂ ਜਿਹੜੀ ਚੀਜ਼ ਕਾਂਸਟੈਂਟ ਹੈ ਉਹਨੂੰ ਬਾਹਰ ਕੱਢ ਦਾਂਗੇ। k ਵਿੱਚੋਂ ਬਾਹਰ ਆ ਗਿਆ, ਸਾਡੇ ਕੋਲ ਜਿਹੜਾ ਹੈ ਅੰਦਰ ਬਚ ਗਿਆ x into dx। now what is the value of this integration? ਇੰਟੈਗ੍ਰੇਸ਼ਨ ਦੀ ਜਿਹੜੀ ਹੈ ਸਾਡੀ ਵੈਲਿਊ ਕਿੰਨੀ ਆਏਗੀ? now equal to k ਬਾਰ। ਇਹਦੀ ਪਾਵਰ ਕਿੰਨੀ ਹੈ ਸਾਡੇ ਕੋਲ 1 ਤੇ ਸਾਡੇ ਕੋਲ ਆ ਜਾਏਗਾ ਪਾਵਰ 1 ਹੋਵੇ 1 ਪਲੱਸ ਕਰ ਦਿੱਤਾ ਤੇ ਨੀਚੇ 2। ਹੁਣ ਬੇਟਾ ਬਾਰ-ਬਾਰ ਦੱਸਣ ਦੀ ਲੋੜ ਨਹੀਂ ਹੈ, ਕਾਫੀ ਵਾਰੀ ਇੰਟੈਗ੍ਰੇਸ਼ਨ ਤੁਹਾਡੇ ਵਾਸਤੇ ਆ ਚੁੱਕੀ ਹੈ। ਤੇ ਰਾਈਟ ਹੈਂਡ ਸਾਈਡ ਦੇ ਉੱਤੇ ਨਾਲ ਅਸੀਂ ਇਹਦੀ ਲਿਮਿਟ ਜਿਹੜੀ ਹੈ ਆਪਾਂ ਪੁੱਟ ਕਰ ਦਾਂਗੇ। ਨਾਓ ਇਟ ਇਜ਼ ਇਕੁਅਲ ਟੂ k। 2 ਨੂੰ ਵਿੱਚੋਂ ਬਾਹਰ ਨਿਕਾਲਤਾ, ਬ੍ਰੈਕਟ ਗੋਲ। ਪਹਿਲਾਂ x ਦੀ ਜਗ੍ਹਾ ਤੇ r ਆ ਜਾਏਗਾ, ਪਹਿਲਾਂ x ਦੀ ਜਗ੍ਹਾ ਤੇ ਅਪਰ ਲਿਮਿਟ ਕਿਹੜਾ ਸਾਈਨ ਪਾਈਦਾ ਮਾਈਨਸ। ਹੁਣ x ਦੀ ਜਗ੍ਹਾ ਤੇ ਵੈਲਿਊ ਭਰ ਦੋ ਲੋਅਰ ਲਿਮਿਟ ਉਹਦਾ 0 ਦਾ ਸਕੁਅਰ। ਨਾਓ ਇਟ ਇਜ਼ ਇਕੁਅਲ ਟੂ 1/2 ਨਾਲ ਆ ਗਿਆ k ਨਾਲ ਆ ਜਾਏਗਾ ਸਾਡੇ ਕੋਲ r ਸਕੁਅਰ। ਇਹ ਸਾਨੂੰ ਵਰਕ ਕਰਨਾ ਪਿਆ। ਦਿਸ ਇਜ਼ ਇਕੁਏਸ਼ਨ ਨੰਬਰ 2। ਇੰਨਾ ਵਰਕ ਕਰਨਾ ਪਿਆ ਸਾਨੂੰ ਸਪਰਿੰਗ ਨੂੰ ਇਕੁਇਲਿਬ੍ਰੀਅਮ ਪੋਜੀਸ਼ਨ ਤੋਂ ਖਿੱਚ ਕੇ ਅਸੀਂ B ਪੁਆਇੰਟ ਤੱਕ ਲੈ ਕੇ ਗਏ। ਨਾਓ ਇਸ ਵਰਕ ਨੇ ਕੀ ਕੀਤਾ? ਇਸ ਵਰਕ ਨੇ ਇਹਦੀ ਜਿਹੜੀ ਹੈ ਕੌਨਫੀਗਰੇਸ਼ਨ ਚੇਂਜ ਕਰਤੀ, ਲੈਂਥ ਇਹਦੀ ਵਧਾ ਦਿੱਤੀ। ਫਿਰ ਲਾਈਨ ਕੀ ਲਿਖਦੇ ਹੁੰਦੇ ਆ? this work done will stored in spring as a potential energy, therefore potential energy is given by half k r square. This is a formula for potential energy of a spring. ਇੰਨੀ એનર્ਜੀ ਜਿਹੜੀ ਹੈ ਸਪਰਿੰਗ ਦੇ ਵਿੱਚ ਜਿਹੜੀ ਹੈ ਉਹ ਸਟੋਰ ਹੋਏਗੀ ਹਾਫ k r square। ਪੋਟੈਂਸ਼ੀਅਲ એનર્ਜੀ ਬੇਟਾ ਜਿਹੜੀ ਸਪਰਿੰਗ ਦੀ ਹੈ ਇਹ ਡਿਪੈਂਡ ਕਰ ਰਹੀ ਹੈ ਡਿਸਟੈਂਸ ਦੇ ਸਕੁਅਰ ਦੇ ਉੱਤੇ। ਇਹਦਾ ਮਤਲਬ ਇਹਦੀ ਪੋਟੈਂਸ਼ੀਅਲ એનર્ਜੀ ਜੇਕਰ ਅਸੀਂ એનર્ਜੀ ਤੇ ਡਿਸਟੈਂਸ ਵਿੱਚ ਗ੍ਰਾਫ ਬਣਾਈਏ ਡਿਸਪਲੇਸਮੈਂਟ ਤੇ ਗ੍ਰਾਫ ਸਾਡਾ ਪੈਰਾਬੋਲਿਕ ਟਾਈਪ ਹੋਏਗਾ ਬਿਕੋਜ਼ ਸਕੁਅਰ ਆ ਰਿਹਾ ਉੱਤੇ। ਜੇ ਸਕੁਅਰ ਨਾ ਹੁੰਦਾ ਤੇ ਸਟ੍ਰੇਟ ਪਾਥ ਹੋਣਾ ਸੀ, ਕੋਈ ਲੀਨੀਅਰ ਇਕੁਏਸ਼ਨ ਹੋਣੀ ਸੀ। ਇਹ ਪੈਰਾਬੋਲਿਕਲੀ ਉਹ ਵੇਰੀ ਕਰੇਗਾ। ਨਾਓ ਜਦੋਂ ਅਸੀਂ ਇੱਥੇ ਖਿੱਚ ਕੇ ਲੈ ਗਏ ਇਹਦੇ ਵਿੱਚ ਪੋਟੈਂਸ਼ੀਅਲ એનર્ਜੀ ਸਟੋਰ ਹੈ, ਇਹਦਾ ਮਤਲਬ B ਪੁਆਇੰਟ ਤੇ ਕਿਹੜੀ એનર્ਜੀ ਸਟੋਰ ਹੈ?
ਜਦੋਂ ਸਪਰਿੰਗ ਮੇਰਾ ਖਿੱਚ ਕੇ ਬਾਡੀ ਨੂੰ B ਪੁਆਇੰਟ ਤੇ ਲੈ ਗਿਆ, ਉਸ ਟਾਈਮ ਤੇ ਕਿਹੜੀ એનર્ਜੀ ਸਟੋਰ ਹੈ? ਸਾਡੇ ਕੋਲ ਪੋਟੈਂਸ਼ੀਅਲ એનર્ਜੀ। ਤੇ ਜੇ ਮੈਂ ਇਥੋਂ ਸਪਰਿੰਗ ਨੂੰ ਛੱਡ ਦੇਵਾਂ ਫਿਰ ਕੀ ਹੋਏਗਾ? ਸਪਰਿੰਗ ਵਾਪਸ ਆਏਗਾ, पोटेंशियल एनर्जी घटेगी पर स्प्रिंग एकदम बड़ी फास्ट वापस आएगा। पोटेंशियल एनर्जी गेट कन्वर्टेड इनटू काइनेटिक एनर्जी, वो काइनेटिक एनर्जी विच बदलना शुरू हो जाएगा। आई थिंक तुहानू क्लियर हो गया। ਜਦੋਂ ਕਾइनेटिक एनर्जी बदल जाएगा ਤੇ ਜਿਹੜੀ ਸਾਡੀ ਇਕੁਇਲਿਬ੍ਰੀਅਮ ਪੋਜੀਸ਼ਨ ਤੇ ਜਦੋਂ ਅਸੀਂ ਪਹੁੰਚਾਂਗੇ ਤੇ ਉੱਥੇ ਜਾ ਕੇ ਜਿਹੜਾ ਹੈ ਇਕੁਇਲਿਬ੍ਰੀਅਮ ਪੋਜੀਸ਼ਨ ਤੇ ਜਾ ਕੇ ਕੀ ਉਹ ਸਪਰਿੰਗ ਮੇਰਾ ਰੈਸਟ ਵਿੱਚ ਰਹੇਗਾ? कि आ वाली बॉडी जिहड़ी है मेरी इक्विलिब्रियम पोजीशन ते जाके रेस्ट विच रहेगी? इत्थे जाके रेस्ट विच नहीं, ड्यू टू इनर्शिया ऑफ मोशन। इनर्शिया ऑफ मोशन करके अपने आप रेस्ट विच नहीं आएगी, वो बॉडी बाद चों इधर नूं आएगी। जदों बॉडी इधर नूं आएगी तो स्प्रिंग नूं कंप्रेस करेगी। इस तो बाद जिहड़ा मेरा स्प्रिंग है वो कंप्रेस होएगा, तो जदों स्प्रिंग कंप्रेस होएगा फिर दोबारा ਉਹਦੀ ਕਨਫੀਗਰੇਸ਼ਨ ਚੇਂਜ ਹੋਗੀ, ਉਹਦੇ ਵਿੱਚ ਫਿਰ ਦੁਬਾਰਾ ਪੋਟੈਂਸ਼ੀਅਲ એનર્ਜੀ ਸਟੋਰ ਹੋ ਜਾਏਗੀ। ਤੇ ਜਦੋਂ ਪੋਟੈਂਸ਼ੀਅਲ એનર્ਜੀ ਸਟੋਰ ਹੋਈ ਫਿਰ ਦੁਬਾਰਾ ਸਪਰਿੰਗ ਜਿਹੜਾ ਖੁੱਲੇਗਾ ਉਹ ਕਾइनेटिक એનર્ਜੀ ਚ ਬਦਲੇਗਾ। ਤੇ ਇਸ ਕਰਕੇ ਜਿਹੜਾ ਸਪਰਿੰਗ ਹੈ ਉਹ ਮੀਨ ਪੋਜੀਸ਼ਨ ਦੇ ਦੁਆਲੇ ਇਟ ਵਿਲ ਔਸੀਲੇਟ, ਇੱਕ ਔਸੀਲੇਸ਼ਨ ਜੀ ਸਟਾਰਟ ਕਰਦਾ ਹੈ। ਜਦੋਂ ਵੀ ਸਪਰਿੰਗ ਨੂੰ ਖਿੱਚ ਕੇ ਛੱਡੋਗੇ ਨਾ ਤੁਸੀਂ ਦੇਖੋਗੇ ਇਸ ਤਰ੍ਹਾਂ ਉਹ ਔਸੀਲੇਟ ਕਰੇਗਾ ਅੱਗੇ ਪਿੱਛੇ। ਕਾਰਨ ਜਦੋਂ ਵਾਪਸ ਆਂਦਾ ਹੈ ਮੀਨ ਪੋਜੀਸ਼ਨ ਤੇ ਜਾ ਕੇ ਰੁਕ ਨਹੀਂ ਸਕਦਾ, क्योंकि मीन पोजीशन ਦੇ ਉੱਤੇ ਉਹਦੀ ਕਾइनेटिक એનર્ਜੀ ਹੈ ਤੇ ਇਨਰਸ਼ੀਆ ਆਫ ਮੋਸ਼ਨ ਕਰਕੇ ਉਹ ਕਦੀ ਵੀ ਰੁਕੇਗਾ ਨਹੀਂ, ਕੋਈ ਬਾਡੀ ਆਪਣੇ ਆਪ ਨਹੀਂ ਰੁਕ ਸਕਦੀ, ਉਹ ਅੱਗੇ ਲੰਘ ਜਾਂਦਾ, ਸਪਰਿੰਗ ਕੰਪਰੈਸ ਹੋ ਜਾਂਦਾ, ਫਿਰ ਦੁਬਾਰਾ ਮੀਨ ਵਾਲਾ ਆਉਂਦਾ, ਫਿਰ ਇਸ ਤਰ੍ਹਾਂ ਉਹ ਔਸੀਲੇਟ ਹੋਣਾ ਸ਼ੁਰੂ ਹੋ ਜਾਂਦਾ। ਆਈ ਥਿੰਕ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਕਿ ਬੇਟਾ ਵੈਰੀ ਵੈਰੀ ਇੰਪੋਰਟੈਂਟ ਆਰਟੀਕਲ ਹੈ। ਇਸ ਤੋਂ ਬਾਅਦ ਜਿਹੜਾ ਇਹਦੇ ਰਿਲੇਟਡ ਅਸੀਂ ਫਰਦਰ ਜਿਹੜਾ ਹੈ ਆਪਾਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।